ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਬਾਣੀ ਸਿੱਖੀਏ ਦੀ 46ਵੀਂ ਕਿਸ਼ਤ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਦੋ ਸ਼ਬਦ ਜਿਨ੍ਹਾਂ ਦਾ ਇੱਕੋ ਹੀ ਉਚਾਰਨ ਹੈ ਪਰ ਅੱਖਰ ਜੋੜ ਵੱਖਰਾ ਵੱਖਰਾ ਹੈ ਉਹਨਾਂ ਦੀ ਵਿਚਾਰ ਕਰਾਂਗੇ। ਸ਼ਬਦ ਹੈ ਸੇਵਕ। ਇੱਕ ਦੇ ਸੇਵਕ ਵਿੱਚ ਕੱਕੇ ਨੂੰ ਔਂਕੜ ਹੈ ਅਤੇ ਦੂਜੇ ਸੇਵਕ ਦੇ ਕੱਕੇ ਨੂੰ ਸਿਹਾਰੀ ਹੈ। ਸੋ ਇਹਨਾਂ ਦੇ ਅਰਥ ਜਾਣਾਂਗੇ ਅਤੇ ਗੁਰਬਾਣੀ ਵਿੱਚ ਆਏ ਇਹਨਾਂ ਦੇ ਸ਼ਬਦਾਂ ਦੀ ਵਰਤੋਂ ਦੇ ਜਿਹੜੇ ਉਦਾਹਰਣ ਨੇ ਉਹ ਵੀ ਅਸੀਂ ਸਾਂਝੇ ਕਰਾਂਗੇ। ਸੇਵਕ ਤੇ ਕੱਕੇ ਨੂੰ ਔਂਕੜ ਹੋਵੇ ਤੇ ਇਸ ਦਾ ਮਤਲਬ ਹੈ ਇੱਕ ਵਚਨ ਦਾਸ ਪੁਲਿੰਗ, ਸੇਵਾ ਕਰਨ ਵਾਲਾ। ਤੇ ਜੇ ਕੱਕੇ ਨੂੰ ਸਿਹਾਰੀ ਹੋਵੇ ਤੇ ਉਹ ਬਣ ਜਾਂਦਾ ਹੈ ਇਸਤਰੀਲਿੰਗ ਅਰਥਾਤ ਦਾਸੀ, ਸੇਵਾ ਕਰਨ ਵਾਲੀ। ਕੱਕੇ ਨੂੰ ਸਿਹਾਰੀ ਵਾਲੇ ਸੇਵਕ ਦਾ ਇੱਕ ਅਰਥ ਹੋਰ ਵੀ ਹੁੰਦਾ ਹੈ ਜਿਸ ਦੀ ਵਿਚਾਰ ਅਸੀਂ ਇਸ ਵੀਡੀਓ ਵਿੱਚ ਨਹੀਂ ਕਰ ਰਹੇ, ਪਰ ਉਸਦਾ ਅਰਥ ਹੁੰਦਾ ਹੈ ਸੇਵਕ ਨੇ ਜਾਂ ਸੇਵਕ ਦੁਆਰਾ। ਸੋ ਆਓ ਦੇਖੀਏ ਇਹ ਦੋ ਸ਼ਬਦਾਂ ਦੇ ਗੁਰਬਾਣੀ ਵਿੱਚੋਂ ਉਦਾਹਰਣ। ਪੌੜੀ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਇਹ ਸਾਰਾ ਮਨੁੱਖਾ ਸਰੀਰ ਦੁਰਲਭ ਜਿਹੜਾ ਜਨਮ ਪਰਮਾਤਮਾ ਵਾਹਿਗੁਰੂ ਨੇ ਬਖਸ਼ਿਆ ਹੈ, ਇਹ ਸਾਰਾ ਸਰੀਰ ਧਰਮ ਕਮਾਉਣ ਦੀ ਥਾਂ ਹੈ ਤੇ ਇਸ ਦੇ ਅੰਦਰ ਸਦਾ ਥਿਰ ਅਕਾਲ ਪੁਰਖ ਪਰਮਾਤਮਾ ਦੀ ਆਪਣੀ ਜੋਤ ਹੈ। ਗੁਹਜ ਰਤਨ, ਗੁਹਜ ਮੈਨੇ ਲੁਕੇ ਹੋਏ, ਜਿੱਦਾਂ ਅਸੀਂ ਕਹਿੰਦੇ ਗੁੱਜੀ ਸੱਟ, ਲੁਕੀ ਹੋਈ ਸੱਟ ਜਿਹੜੀ ਸਾਹਮਣੇ ਨਜ਼ਰ ਨਹੀਂ ਆਉਂਦੀ। ਸੋ ਰਤਨ ਮੈਨੇ ਕੀਮਤੀ, ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ। ਖੋਤ ਮੈਨੇ ਹੁੰਦਾ ਖੋਦ ਕੇ, ਪੁੱਟ ਕੇ। ਅਰਥਾਤ ਇਸ ਸਰੀਰ ਦੇ ਵਿੱਚ ਗੁੱਜੇ ਰਤਨ ਲੁਕੇ ਹੋਏ ਹਨ, ਅਰਥਾਤ ਦੇਵੀ ਗੁਣ ਇਸ ਸਰੀਰ ਵਿੱਚ ਲੁਕੇ ਹੋਏ ਹਨ। ਪਰ ਕੋਈ ਗੁਰਮੁਖ, ਕੋਈ ਵਿਰਲਾ ਭਾਗਾਂ ਵਾਲਾ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸ਼ਰਨ ਆ ਕੇ, ਗੁਰੂ ਦੀ ਸਿੱਖਿਆ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਤੇ ਕਮਾ ਕੇ, ਸੇਵਕ ਬਣ ਕੇ ਕੱਢੇ ਖੋਤ, ਇਹਨਾਂ ਰਤਨਾਂ ਨੂੰ, ਜਵਾਹਰ ਮਾਣਕਾਂ ਨੂੰ ਪੁੱਟ ਕੇ ਕੱਢ ਲੈਂਦਾ ਹੈ। ਅਰਥਾਤ ਗੁਰੂ ਦੀ ਕਾਰ ਕਰਕੇ, ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰ ਲੈਂਦਾ ਹੈ। ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤ ਪੋਤ। ਓਤ ਪੋਤ ਹੁੰਦਾ ਹੈ ਤਾਣੇ ਪੇਟੇ ਵਿੱਚ। ਸਭ ਆਤਮ ਰਾਮ ਹਰ ਇੱਕ ਆਤਮਾ ਵਿੱਚ ਬੈਠਾ ਹੋਇਆ ਰਾਮ, ਅਰਥਾਤ ਸਰਵ ਵਿਆਪਕ ਅਕਾਲ ਪੁਰਖ। ਸੋ ਜਦੋਂ ਮਨੁੱਖ ਇਸ ਤਰ੍ਹਾਂ ਗੁਰਮੁਖ ਬਣਦਾ ਹੈ ਤੇ ਰਤਨਾਂ ਨੂੰ ਲੱਭ ਲੈਂਦਾ ਹੈ, ਉਹਦੇ ਜੀਵਨ ਵਿੱਚ ਇਹ ਗੁਣ ਪ੍ਰਗਟ ਹੋ ਜਾਂਦੇ ਹਨ। ਫਿਰ ਉਹਨੂੰ ਹਰ ਪਾਸੇ ਇੱਕੋ ਅਕਾਲ ਪੁਰਖ ਰਵਿਆ ਹੋਇਆ, ਵਸਿਆ ਹੋਇਆ, ਵਿਆਪਕ ਹੋਇਆ ਹਰ ਥਾਂ ਤੇ ਨਜ਼ਰ ਆਉਂਦਾ ਹੈ, ਇੱਕੋ ਓਤ ਪੋਤ। ਤੇ ਉਹਨੂੰ ਸਮਝ ਆ ਜਾਂਦਾ ਹੈ ਕਿ ਤਾਣੇ ਪੇਟੇ ਵਾਂਗ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਆਪਣੀ ਰਚਨਾ ਦੇ ਵਿੱਚ ਇੱਕ ਮਿਕ ਹੈ। ਇੱਕ ਦੇਖਿਆ ਉਹ ਸਿਰਫ ਫਿਰ ਇੱਕ ਨੂੰ ਹੀ ਦੇਖਦਾ ਹੈ। ਇੱਕ ਮੰਨਿਆ ਉਸਦਾ ਯਕੀਨ, ਉਸਦਾ ਭਰੋਸਾ, ਉਸਦਾ ਸਿਦਕ ਵੀ ਸਿਰਫ ਇੱਕੋ ਤੇ ਹੀ ਰਹਿੰਦਾ ਹੈ, ਉਹ ਫਿਰ ਇੱਧਰ ਉੱਧਰ ਕਿਤੇ ਨਹੀਂ ਭਟਕਦਾ। ਇੱਕੋ ਸੁਣਿਆ ਸਰਵਣ ਸਰੋਤ, ਤੇ ਆਪਣੇ ਕੰਨਾਂ ਦੇ ਰਾਹੀਂ ਉਹ ਸਿਰਫ ਇੱਕ ਅਕਾਲ ਪੁਰਖ ਦੀ ਸਿਫਤ ਸਲਾਹ, ਜਸ, ਕੀਰਤਨ, ਵਡਿਆਈਆਂ, ਨਾਮ ਸੁਣਦਾ ਹੈ। ਜਨ ਨਾਨਕ ਨਾਮ ਸਲਾਹ ਤੂੰ ਸੱਚ। ਹੇ ਦਾਸ ਨਾਨਕ, ਤੂੰ ਵੀ ਉਸ ਸਦਾ ਥਿਰ ਪਰਮਾਤਮਾ ਦੀ ਸਿਫਤ ਸਲਾਹ ਕਰ, ਉਹਦਾ ਨਾਮ ਦਾ ਸਿਮਰਨ ਕਰ। ਸੱਚੇ ਸੇਵਾ ਤੇਰੀ ਹੋਤ, ਤੇ ਸੱਚਮੁੱਚ ਤੇਰੀ ਇਹ ਕੀਤੀ ਹੋਈ ਸੇਵਾ ਸਿਮਰਨ ਬੰਦਗੀ ਵਾਲੀ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਏਗੀ। ਘੱਗੈ ਘਾਲ ਸੇਵਕ ਜੋ ਘਾਲੈ, ਸ਼ਬਦ ਗੁਰੂ ਕੈ ਲਾਗ ਰਹਿ। ਘੱਗੈ ਅੱਖਰ ਤੋਂ ਕਹਿੰਦੇ ਇਹ ਸਿੱਖਿਆ ਲਵੋ ਕਿ ਜਿਹੜਾ ਕੋਈ ਮਨੁੱਖ ਸੇਵਕ ਬਣ ਕੇ ਘਾਲਣਾ ਘਾਲੇ, ਅਰਥਾਤ ਗੁਰੂ ਦੀ ਕਾਰ ਨੂੰ, ਗੁਰੂ ਦੀ ਦੱਸੀ ਕਾਰ ਨੂੰ ਦਾਸ ਦੇ ਭਾਵ ਦੇ ਨਾਲ, ਨਾ ਨੁੱਕਰ ਕਰਕੇ ਨਹੀਂ, ਹਉਮੈ ਵਿੱਚ ਨਹੀਂ, ਆਪਣੀਆਂ ਸਾਰੀਆਂ ਸਿਆਣਪਾਂ ਤਿਆਗ ਕੇ ਸੇਵਕ ਭਾਵ ਦੇ ਨਾਲ ਘਾਲਣਾ ਘਾਲੇ। ਗੁਰੂ ਦੀ ਦੱਸੀ ਕਾਰ ਨੂੰ ਖਿੜੇ ਮੱਥੇ ਹੱਸ ਕੇ ਕਰੇ ਤੇ ਸ਼ਬਦ ਗੁਰੂ ਕੈ ਲਾਗ ਰਹੇ, ਤੇ ਆਪਣੀ ਸੁਰਤ ਜਿਹੜੀ ਹੈ ਉਹ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਰੱਖੇ। ਤੇ ਫਿਰ ਇਸ ਤਰ੍ਹਾਂ ਕੀ ਹੁੰਦਾ ਹੈ, ਬੁਰਾ ਭਲਾ ਜੇ ਸਮਕਰ ਜਾਣੈ। ਤੇ ਜਦੋਂ ਫਿਰ ਇਸ ਤਰ੍ਹਾਂ ਹੁੰਦਾ ਹੈ, ਉਹ ਬੁਰਾ ਭਲਾ ਅਰਥਾਤ ਦੁੱਖ ਔਰ ਸੁੱਖ ਨੂੰ ਸਮ ਹੁੰਦਾ ਬਰਾਬਰ। ਜੀਵਨ ਵਿੱਚ ਆਏ ਦੁੱਖ ਔਰ ਸੁੱਖ ਨੂੰ ਉਹ ਜੇ ਖਿੜੇ ਮੱਥੇ ਪ੍ਰਵਾਨ ਕਰਨਾ ਸਿੱਖ ਲਏ, ਮਤਲਬ ਕਿ ਦੁੱਖ ਵਿੱਚ ਢੇਰੀ ਢਾਹ ਕੇ ਨਾ ਬੈਠੇ ਤੇ ਸੁੱਖ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਖੁਸ਼ ਨਾ ਹੋਵੇ, ਦੋਨਾਂ ਵਿੱਚ ਆਪਣੀ ਸਹਿਜ ਅਵਸਥਾ ਬਣਾ ਕੇ ਰੱਖੇ
ਤੇ ਦੋਨਾਂ ਨੂੰ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਕਰਕੇ ਜਾਣੇ, ਇਨ ਬਿਦ ਸਾਹਿਬ ਰਮਤ ਰਹੇ। ਤੇ ਇਸ ਤਰ੍ਹਾਂ ਫਿਰ ਕਿਹਾ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਅਕਾਲ ਪੁਰਖ ਪਰਮਾਤਮਾ ਦੀ ਸਹੀ ਬੰਦਗੀ ਹੁੰਦੀ ਹੈ, ਤਾਂ ਹੀ ਉਹ ਸੱਚੀ ਮੁੱਚੀ ਅਕਾਲ ਪੁਰਖ ਪਰਮਾਤਮਾ ਦਾ ਸੇਵਕ ਅਖਵਾ ਸਕਦਾ ਹੈ, ਉਹਦਾ ਭਗਤ ਅਖਵਾ ਸਕਦਾ ਹੈ। ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਬੰਦਾ, ਇਹ ਮਨੁੱਖ ਜਿਹੜਾ ਹੈ, ਪ੍ਰਾਣੀ ਹੈ, ਇਹ ਪਰਮਾਤਮਾ ਦਾ ਭਗਤ ਹੈ, ਉਸਦਾ ਸਿਮਰਨ ਕਰਦਾ ਹੈ, ਉਸਦੀ ਸਿਫਤ ਸਲਾਹ ਗਾਉਂਦਾ ਹੈ, ਜੇ ਉਹ ਸੁੱਖ ਦੁੱਖ ਨੂੰ ਬਰਾਬਰ ਕਰਕੇ ਜਾਣੇ। ਹੁਕਮ ਬੁਝੈ ਸੋ ਸੇਵਕ ਕਹੀਐ। ਜਿਹੜਾ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਉਸੀ ਨੂੰ ਸੇਵਕ ਕਿਹਾ ਜਾਂਦਾ ਹੈ। ਜੋ ਇਹ ਗੱਲ ਸਮਝ ਲੈਂਦਾ ਹੈ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਜੋ ਇਹ ਸਮਝ ਲੈਂਦਾ ਹੈ ਕਿ ਜੋ ਕੁਝ ਵੀ ਜਗਤ ਵਿੱਚ ਵਰਤ ਰਿਹਾ ਹੈ, ਉਹ ਸਭ ਕੁਝ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੋ ਰਿਹਾ ਹੈ। ਬੁਰਾ ਭਲਾ ਦੋਏ ਸੰਸਰ ਸਹੀ ਹੈ। ਤੇ ਫਿਰ ਜੇ ਉਹ ਬੁਰਾ ਭਲਾ ਨੂੰ, ਦੁੱਖ ਔਰ ਸੁੱਖ ਨੂੰ ਦੋਏ ਸੰਸਰ ਬਣੇ ਬਰਾਬਰ ਸਹੀ ਹੈ, ਸਹਾਰਦਾ ਹੈ। ਉਹ ਦੁੱਖ ਨੂੰ ਵੀ ਸੁੱਖ ਨੂੰ ਵੀ ਇੱਕੋ ਜਿਹੀ ਅਵਸਥਾ ਵਿੱਚ ਪਰਮਾਤਮਾ ਦੇ ਦਿੱਤੇ ਹੋਏ ਤੋਹਫਿਆਂ ਵਜੋਂ, ਨਜ਼ਰਾਨੇ ਵਜੋਂ, ਗਿਫਟ ਵਜੋਂ ਸਹਾਰਦਾ ਹੈ। ਹਉਮੈ ਜਾਏ ਤਾਂ ਏਕੋ ਬੁਝ ਹੈ, ਸੋ ਗੁਰਮੁਖ ਸਹਿਜ ਸਮਾਇਦਾ। ਪਰ ਇਹ ਅਵਸਥਾ ਕਿਹਨੂੰ ਪ੍ਰਾਪਤ ਹੁੰਦੀ ਹੈ? ਹੁਕਮ ਨੂੰ ਬੁੱਝਣ ਵਾਲੀ ਤੇ ਬੁਰਾ ਭਲਾ ਦੋਏ ਸੰਸਰ ਜਾਣੀਏ ਵਾਲੀ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਗੁਰਮੁਖ ਨੂੰ। ਜਿਹੜਾ ਮਨੁੱਖ ਗੁਰਮੁਖ ਬਣ ਜਾਂਦਾ ਹੈ, ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਗੁਰੂ ਨੂੰ ਆਪਣਾ ਮਨ ਤਨ ਧਨ ਸੌਂਪ ਦਿੰਦਾ ਹੈ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ, ਤੇ ਫਿਰ ਉਹਦੀ ਹਉਮੈ ਚਲੀ ਜਾਂਦੀ ਹੈ। ਹਉਮੈ ਜਾਂਦੀ ਹੈ ਤੇ ਫਿਰ ਇੱਕ ਅਕਾਲ ਪੁਰਖ ਨੂੰ ਵਰਤਦਾ ਹੋਇਆ ਉਹ ਬੁੱਝ ਲੈਂਦਾ ਹੈ, ਸਮਝ ਲੈਂਦਾ ਹੈ, ਤੇ ਇਸ ਤਰ੍ਹਾਂ ਫਿਰ ਸਹਿਜ ਸਮਾਏਦਾ, ਤੇ ਉਹ ਹਰ ਵੇਲੇ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਹੁਕਮ ਬੁੱਝਣ ਦਾ ਰਸਤਾ ਵੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਹੀ ਦੱਸਿਆ ਹੈ ਕਿ ਹੁਕਮ ਕਿਵੇਂ ਬੁੱਝੀਦਾ ਹੈ। ਗੁਰੂ ਸਾਹਿਬ ਕਹਿੰਦੇ ਨੇ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖੀਆ। ਅਰਥਾਤ ਜਦੋਂ ਤੱਕ ਮਨੁੱਖ ਹੁਕਮ ਨੂੰ ਨਹੀਂ ਬੁੱਝਦਾ, ਤਦੋਂ ਤਾਈਂ ਉਹਦਾ ਦੁੱਖ ਬਣਿਆ ਰਹਿੰਦਾ ਹੈ। ਪਰ ਫਿਰ ਅੱਗੇ ਕਹਿੰਦੇ ਨੇ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦੋਂ ਮਨੁੱਖ ਗੁਰੂ ਨੂੰ ਮਿਲ ਕੇ ਹੁਕਮ ਦੀ ਪਛਾਣ ਕਰ ਲੈਂਦਾ ਹੈ, ਉੱਥੋਂ ਦੀ ਫਿਰ ਉਹ ਸੁਖੀ ਹੋ ਜਾਂਦਾ ਹੈ। ਅਰਥਾਤ ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ, ਵਿਚਾਰਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ, ਕੰਠ ਕਰਦੇ ਹਾਂ, ਗਾਉਂਦੇ ਹਾਂ, ਵਿਚਾਰਦੇ ਹਾਂ, ਸੋ ਅਸਲ ਵਿੱਚ ਗੁਰਬਾਣੀ ਪੜ੍ਹਦੇ ਪੜ੍ਹਦੇ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਨੂੰ ਹੀ ਬੁੱਝ ਰਹੇ ਹੁੰਦੇ ਹਾਂ। ਇੱਕ ਹੋਰ ਲੈ ਲਈਏ ਕਿ ਸਮਝ ਲਈਏ ਕਿ ਹਾਲੇ ਤੱਕ ਅਸੀਂ ਸੇਵਕ ਦੀ ਗੱਲ ਕੀਤੀ ਹੈ, ਗੁਰੂ ਦਾ ਸੇਵਕ, ਅਕਾਲ ਪੁਰਖ ਦਾ ਸੇਵਕ। ਪਰ ਸਾਰੇ ਮਨੁੱਖ ਅਕਾਲ ਪੁਰਖ ਦੇ ਜਾਂ ਗੁਰੂ ਦੇ ਸੇਵਕ ਨਹੀਂ ਹੁੰਦੇ। ਬੜੇ ਸਾਰੇ ਲੋਕ ਐਸੇ ਨੇ ਜੋ ਲੋਕਾਂ ਦੇ ਸੇਵਕ ਹੈਗੇ ਨੇ। ਮਤਲਬ ਕਿ ਕੋਈ ਮਿਨਿਸਟਰ ਦਾ ਸੇਵਕ ਹੈਗਾ, ਕੋਈ ਕਿਸੇ ਅਫਸਰ ਦਾ ਸੇਵਕ ਹੈਗਾ, ਕੋਈ ਕਿਸੇ ਧਨਾੜ ਦਾ ਸੇਵਕ ਹੈਗਾ। ਸੋ ਗੁਰੂ ਸਾਹਿਬ ਇਹੋ ਜਿਹੇ ਮਨੁੱਖਾਂ ਦੇ ਸੇਵਕ ਬਣਨ ਤੋਂ ਸਾਨੂੰ ਸੁਚੇਤ ਕਰਦੇ ਹਨ, ਸਾਵਧਾਨ ਕਰਦੇ ਹਨ। ਕਹਿੰਦੇ, ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਘਟੈ। ਗੁਰੂ ਤੋਂ ਬਿਨਾਂ, ਹਰੀ ਤੋਂ ਬਿਨਾਂ, ਅਕਾਲ ਪੁਰਖ ਤੋਂ ਬਿਨਾਂ ਕੋਈ ਵੀ ਮਨੁੱਖ ਕਿਸੇ ਦੀ ਪੀੜਾ ਬ੍ਰਿਥਾ ਜਾਂ ਦੁੱਖ ਕੱਟ ਨਹੀਂ ਸਕਦਾ, ਦੂਰ ਨਹੀਂ ਕਰ ਸਕਦਾ। ਕਹਿੰਦੇ, ਪ੍ਰਭ ਤਜ, ਪ੍ਰਭੂ ਨੂੰ ਤਿਆਗ ਕੇ, ਅਕਾਲ ਪੁਰਖ ਵਾਹਿਗੁਰੂ ਨੂੰ ਤਿਆਗ ਕੇ ਅਵਰ ਸੇਵਕ ਜੇ ਹੋਈ ਹੈ। ਜੇ ਕਿਸੇ ਹੋਰ ਦੇ ਸੇਵਕ ਬਣ ਜਾਈਏ ਤੇ ਫਿਰ ਕੀ ਹੁੰਦਾ? ਤਿੱਤ, ਇੱਦਾਂ ਕਰਕੇ ਮਾਨ, ਇੱਜ਼ਤ, ਮਹਿਤ, ਵਡਿਆਈ, ਜਸ, ਸੋਭਾ ਘੱਟ ਹੈ। ਭਾਈ, ਲੋਕਾਂ ਦੇ ਸੇਵਕ ਬਣਨ ਦੇ ਨਾਲ ਇੱਜ਼ਤ ਵੀ ਘਟਦੀ ਹੈ, ਵਡਿਆਈ ਵੀ ਘਟਦੀ ਹੈ ਤੇ ਸੋਭਾ ਵੀ ਘਟਦੀ ਹੈ। ਫਿਰ ਕਹਿੰਦੇ, ਮਾਇਆ ਕੇ ਸੰਬੰਧ ਸੈਨ ਸਾਖ। ਇਹ ਜਿੰਨੇ ਵੀ ਰਿਸ਼ਤੇਦਾਰੀਆਂ ਨੇ, ਸਾਖ ਸੰਬੰਧ ਨੇ, ਦੁਨੀਆ ਦੇ ਜਿਹੜੇ ਸਾਡੇ ਜਾਣ ਪਛਾਣ ਦੇ ਲੋਕ ਨੇ, ਇਹ ਸਾਰੇ ਸੰਬੰਧ ਮਾਇਆ ਦੇ ਨੇ, ਇਹ ਸਵਾਰਥ ਦੇ ਟਿਕੇ ਹੋਏ ਹਨ। ਕਿਤ ਹੀ ਕਾਮ ਨਾ ਆਇਆ। ਇਹ ਕਦੀ ਵੀ ਮਨੁੱਖਾਂ ਦੀ ਦੁੱਖ ਦੀ ਨਿਵਰਤੀ ਕਰਨ ਵਿੱਚ ਕਦੀ ਵੀ ਬੌੜੀ ਨਹੀਂ ਕਰਦੇ, ਕਦੀ ਵੀ ਕੰਮ ਨਹੀਂ ਆਉਂਦੇ। ਪਰ ਕਹਿੰਦੇ, ਇਸ ਦੇ ਉਲਟ ਹਰ ਕਾ ਦਾਸ ਨੀਚ ਕੁਲ ਉੱਚਾ। ਜੇ ਕੋਈ ਭਗਤ ਹੈ, ਗੁਰਮੁਖ ਹੈ, ਤੇ ਬੇਸ਼ੱਕ ਉਹ ਅਖੌਤੀ ਨੀਵੀਂ ਜਾਤ ਵਿੱਚ ਵੀ ਜਨਮਿਆ ਹੈ, ਨੀਚ ਕੁਲ ਵਿੱਚ ਹੈਗਾ, ਕਹਿੰਦੇ ਉਸਨੂੰ ਉੱਚਾ ਕਰਕੇ ਜਾਣੋ, ਉਸਦੀ ਵਡਿਆਈ ਕਰੋ, ਉਸਦੀ ਸੰਗਤ ਕਰੋ। ਕਹਿੰਦੇ, ਤਿਸ ਸੰਗ ਮਨ ਬਾਂਛਤ ਫਲ ਪਾਇਆ। ਇਹੋ ਜਿਹੇ ਗੁਰਮੁਖਾਂ ਦੀ ਸੰਗਤ ਕਰਕੇ ਮਨ ਇੱਛਤ ਫਲ ਜਿਹੜੇ ਨੇ ਉਹ ਸਾਰੇ ਪ੍ਰਾਪਤ ਹੋ ਜਾਂਦੇ ਨੇ। ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਰੱਜ ਆ ਜਾਂਦਾ ਹੈ, ਸੰਤੋਖ ਆ ਜਾਂਦਾ ਹੈ, ਸਾਰੇ ਡਰ, ਖੌਫ, ਚਿੰਤਾਵਾਂ, ਭਰਮ ਭਟਕਣਾ ਦੂਰ ਹੋ ਜਾਂਦੀ ਹੈ। ਹੁਣ ਗੱਲ ਕਰਦੇ ਹਾਂ ਸੇਵਕ ਜਿਹਦੇ ਕੱਕੇ ਨੂੰ ਸਿਹਾਰੀ ਹੈ, ਅਰਥਾਤ ਦਾਸੀ। ਮਹਿਲਾ ਤੀਜਾ। ਜਿੰਨੀ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ। ਨਿਤਾਣਾ ਹੁੰਦਾ ਬੱਚੋ, ਮਾਫ ਕਰਨਾ,
मेरे मूँह चों बच्चों निकल गया क्योंकि मैं एजुकेशन ਦੀ ਵੀਡੀਓ ਬਣਾਉਣਾ, ਇਸ ਕਰਕੇ ਸੰਗਤ ਜੀ ਖਿਮਾ ਕਰਨੀ। ਸੋ ਸਾਧ ਸੰਗਤ ਜੀ, ਨਿਤਾਣੇ ਦਾ ਮਤਲਬ ਹੁੰਦਾ ਹੈ ਜਿਹਦੇ ਵਿੱਚ ਤਾਣ ਨਹੀਂ ਹੈਗਾ, ਅਰਥਾਤ ਕਮਜ਼ੋਰ ਦਿਲ, ਡਰਪੋਕ ਜਾਂ ਮਤਲਬ ਕਿ ਮਾੜਚੂ ਜਿਹਾ ਬੰਦਾ। ਕਹਿੰਦੇ ਜਿੰਨੀ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ। ਕਹਿੰਦੇ ਜਿਹੜੇ ਮਨੁੱਖ ਸਤਿਗੁਰੂ ਦੀ ਸੇਵਾ ਕਰਦੇ ਨੇ, ਅਰਥਾਤ ਸਤਿਗੁਰੂ ਦੀ ਦੱਸੀ ਕਾਰ ਕਰਦੇ ਨੇ, ਉਹ ਕਹਿੰਦੇ ਭਾਵੇਂ ਕਿੰਨੇ ਵੀ ਕਮਜ਼ੋਰ ਦਿਲ ਕਿਉਂ ਨਾ ਹੋਣ, ਉਹ ਬੜੇ ਤਾਣ ਵਾਲੇ ਬਣ ਜਾਂਦੇ ਨੇ, ਬੜੇ ਤਗੜੇ ਬਣ ਜਾਂਦੇ ਨੇ, ਸੂਰਮੇ ਬਣ ਜਾਂਦੇ ਨੇ। ਉਹਨਾਂ ਦੇ ਹਿਰਦਿਆਂ ਵਿੱਚੋਂ ਡਰ, ਖੌਫ, ਚਿੰਤਾ, ਮੌਤ ਦਾ ਡਰ ਸਭ ਦੂਰ ਹੋ ਜਾਂਦਾ ਹੈ। ਇਹ ਗੱਲ ਅਸੀਂ ਆਪਣੇ ਸਿੱਖ ਇਤਿਹਾਸ ਵਿੱਚ ਦੇਖ ਚੁੱਕੇ ਹਾਂ। ਭਾਈ ਬਚਿੱਤਰ ਸਿੰਘ ਜੀ ਨੇ ਕਿੱਦਾਂ ਨਾਗਣੀ ਫੜ ਕੇ ਉਹ ਹਾਥੀ ਦੇ ਮੱਥੇ ਤੇ ਲੱਗੇ ਤਵੇ ਚੀਰ ਦਿੱਤੇ ਸੀਗੇ। ਕਹਿੰਦੇ ਬੜੇ ਸਧਾਰਨ ਜਿਹੇ ਸਿੱਖ ਸੀਗੇ। ਸੋ ਜਿੰਨੇ ਵੀ ਆਪਣੇ ਸਿੱਖ ਹੋਏ ਨੇ, ਸ਼ਹੀਦ ਹੋਏ ਨੇ, ਉਹ ਜ਼ਰੂਰੀ ਨਹੀਂ ਕਿ ਸਾਰੇ ਬੜੇ ਉੱਚੇ ਲੰਬੇ ਕੱਦ ਕਾਠੀ ਦੇ ਸੀਗੇ, ਕਈ ਬੜੇ ਸਧਾਰਨ ਵੀ ਸੀਗੇ, ਤੇ ਪਰ ਉਹਨਾਂ ਦੇ ਅੰਦਰ ਆਤਮਿਕ ਬਲ ਬੜਾ ਸੀਗਾ। ਸੋ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਮਨੁੱਖ ਆਤਮਿਕ ਤੌਰ ਤੇ ਬੜਾ ਬਲਵਾਨ ਹੋ ਜਾਂਦਾ ਹੈ। ਸਾਸ ਮੈਨੇ ਸਵਾਸ ਦੇ ਨਾਲ, ਗਿਰਾਸ ਮੈਨੇ ਗਿਰਾਹੀ ਦੇ ਨਾਲ ਸਦਾ ਮਨ ਵਸੈ। ਜਦੋਂ ਮਨੁੱਖ ਸਤਿਗੁਰੂ ਦਾ ਸੇਵਕ ਬਣਦਾ ਹੈ, ਫਿਰ ਉਸਦੇ ਹਰ ਸਵਾਸ ਵਿੱਚ, ਹਰ ਗਰਾਹੀ ਵਿੱਚ, ਜਿਹੜਾ ਵੀ ਸਾਹ ਲੈ ਰਿਹਾ ਹੈ, ਜਿਹੜੀ ਵੀ ਬੁਰਕੀ ਅੰਨ ਮੂੰਹ 'ਚ ਪਾ ਰਿਹਾ ਹੈ, ਸਦਾ ਮਨ ਵਸੈ। ਉਸਦੇ ਨਾਲ ਇਹ ਕਰਦੇ ਹੋਏ ਉਹਦੇ ਹਿਰਦੇ ਵਿੱਚ ਸਦਾ ਪਰਮਾਤਮਾ ਵਸ ਜਾਂਦਾ ਹੈ। ਜਮ ਜੋਹ ਨਾ ਸਕੈ ਤਿਸ। ਜਮ ਮੈਨੇ ਮੌਤ, ਜਮਦੂਤ। ਜੋ ਹੁੰਦਾ ਘੂਰਨਾ, ਤੱਕਣਾ, ਉਹਨੂੰ ਮੌਤ ਫਿਰ ਘੂਰ ਨਹੀਂ ਸਕਦੀ, ਉਹਨੂੰ ਡਰਾ ਨਹੀਂ ਸਕਦੀ। ਹਿਰਦੈ ਹਰ ਹਰ ਨਾਮ ਰਸ। ਉਹਦੇ ਹਿਰਦੇ ਵਿੱਚ ਹਰੀ ਪਰਮਾਤਮਾ ਦਾ ਨਾਮ ਰਸ ਪ੍ਰਵਾਹਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਪਰਮਾਤਮਾ ਦੇ ਨਾਮ ਦੇ ਰਸ ਦਾ ਸਵਾਦ ਲੈਂਦਾ ਹੈ। ਉਹਦੇ ਚਿਹਰੇ ਤੇ ਇੱਕ ਨੂਰ ਆ ਜਾਂਦਾ ਹੈ। ਉਹ ਹਮੇਸ਼ਾ ਖਿੜੇ ਮੱਥੇ ਰਹਿੰਦਾ ਹੈ। ਤੇ ਕਵਲਾ ਦਾ ਅਰਥ ਹੈ ਲక్ష్ਮੀ ਦੇਵੀ, ਲక్ష్ਮੀ ਦੇਵੀ ਮਾਇਆ। ਸੇਵਕ ਮੈਨੇ ਦਾਸੀ, ਕੱਕੇ ਨੂੰ ਸਿਹਾਰੀ ਹੈ ਤਿਸ। ਉਸ ਮਨੁੱਖ ਦੀ ਫਿਰ ਜਿਹੜੀ ਲక్ష్ਮੀ ਹੈ, ਜਿਹਦੀ ਲੋਕੀ ਪੂਜਾ ਕਰਦੇ ਨੇ, ਜਿਹਦੇ ਪਿੱਛੇ ਇੰਨਾ ਛਲ ਕਪਟ ਕਰਦੇ ਨੇ, ਹੇਰਾਫੇਰੀ ਕਰਦੇ ਨੇ, ਝੂਠ ਬੋਲਦੇ ਨੇ, ਤੇ ਕਿੰਨਾ ਕੁਛ ਉਹ ਪਾਪੜ ਵੇਲਦੇ ਨੇ ਮਾਇਆ ਇਕੱਠੀ ਕਰਨ ਲਈ, ਉਹਦੀ ਪੂਜਾ ਵੀ ਕੀਤੀ ਜਾਂਦੀ ਹੈ। ਕਹਿੰਦੇ ਉਹ ਲక్ష్ਮੀ ਜਿਹੜੀ ਹੈ ਉਸ ਮਨੁੱਖ ਦੀ ਦਾਸੀ ਬਣ ਜਾਂਦੀ ਹੈ, ਨੌਕਰਾਣੀ ਬਣ ਜਾਂਦੀ ਹੈ। ਹਰ ਦਾਸਾਂ ਕਾ ਦਾਸ ਹੋਏ। ਉਹਦੇ ਵਿੱਚ ਇੰਨੀ ਨਿਮਰਤਾ ਆ ਜਾਂਦੀ ਹੈ ਕਿ ਉਹ ਫਿਰ ਪਰਮਾਤਮਾ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ। ਤੇ ਜਦੋਂ ਇਦਾਂ ਹੁੰਦਾ ਹੈ, ਪਰਮ ਪਦਾਰਥ ਤਿਸ, ਪਰਮ ਪਦਾਰਥ ਨਾਮ, ਉਹਨੂੰ ਫਿਰ ਪਰਮਾਤਮਾ ਦਾ ਨਾਮ ਜਿਹੜਾ ਹੈ ਪ੍ਰਾਪਤ ਹੋ ਜਾਂਦਾ ਹੈ। ਨਾਨਕ ਮਨ ਤਨ ਜਿਸ ਪ੍ਰਭ ਵਸੈ। ਹੇ ਨਾਨਕ, ਜਿਸ ਦੇ ਮਨ ਵਿੱਚ, ਜਿਸ ਦੇ ਤਨ ਵਿੱਚ, ਅਰਥਾਤ ਹਿਰਦੇ ਵਿੱਚ, ਮਨ ਵਿੱਚ, ਹਿਰਦੇ ਵਿੱਚ ਪ੍ਰਭੂ ਵਸਦਾ ਹੈ, ਹਉ ਸਦ ਕੁਰਬਾਨੇ ਤਿਸ। ਮੈਂ ਨਾਨਕ ਇਹੋ ਜਿਹੇ ਮਨੁੱਖ ਤੋਂ ਸਦਾ ਸਦਾ ਕੁਰਬਾਨ ਜਾਂਦਾ ਹਾਂ, ਇਹਦੇ ਸਾਰੇ ਹਮੇਸ਼ਾ ਸਦਕੇ ਜਾਂਦਾ ਹਾਂ। ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ। ਪਰ ਇਹ ਪਿਆਰ ਸੰਤਾਂ ਦੇ ਨਾਲ, ਗੁਰਮੁਖਾਂ ਦੇ ਨਾਲ ਉਹਨਾਂ ਮਨੁੱਖਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਪੂਰਬਲੇ ਕਰਮ ਹੋਣ, ਜਿਨ੍ਹਾਂ ਤੇ ਵਾਹਿਗੁਰੂ ਅਕਾਲ ਪੁਰਖ ਆਪ ਬਖਸ਼ਿਸ਼ ਕਰਦਾ ਹੈ, ਕਿਰਪਾ ਕਰਦਾ ਹੈ। ਉਹਨਾਂ ਨੂੰ ਫਿਰ ਇਹੋ ਜਿਹੇ ਸੰਤ ਮਹਾਂਪੁਰਖ, ਗੁਰਮੁਖ ਜਨ ਜਿਹੜੇ ਨੇ, ਉਹਨਾਂ ਦੀ ਸੰਗਤ ਨਸੀਬ ਹੁੰਦੀ ਹੈ, ਉਹਨਾਂ ਦਾ ਪਿਆਰ ਨਸੀਬ ਹੁੰਦਾ ਹੈ। ਸੋ ਸਾਨੂੰ ਹਮੇਸ਼ਾ ਅਰਦਾਸ ਵਿੱਚ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਹੇ ਸੱਚੇ ਪਾਤਸ਼ਾਹ, ਸਾਡੇ ਤੇ ਕਿਰਪਾ ਕਰੋ, ਸਾਨੂੰ ਕਿਸੇ ਗੁਰਮੁਖ ਦੀ ਸੰਗਤ ਬਖਸ਼ੋ, ਤਾਂ ਕਿ ਉਹਦੀ ਸੰਗਤ ਵਿੱਚ ਰਹਿ ਕੇ ਅਸੀਂ ਤੁਹਾਡੇ ਰਸਤੇ ਤੇ ਤੁਰ ਸਕੀਏ, ਸਾਨੂੰ ਵੀ ਇਹੋ ਜਿਹੀ ਪ੍ਰੇਰਣਾ ਮਿਲੇ। ਹੁਣ ਫਿਰ ਇੱਥੇ ਸੇਵਕ ਦਾ ਮਤਲਬ ਮਾਇਆ ਹੈ। ਦੇਖੋ ਗੁਰੂ ਸਾਹਿਬ ਕਿੰਨਾ ਸੋਹਣਾ ਸਾਨੂੰ ਸਮਝਾਉਂਦੇ ਹਨ। ਕਹਿੰਦੇ ਜਬ ਉਸ ਕੋ ਕੋਈ ਦੇਵੇ ਮਾਣ। ਉਸ ਕੋ ਕੌਣ ਹੈ? ਮਾਇਆ ਨੂੰ। ਜਦੋਂ ਕੋਈ ਮਨੁੱਖ ਇਸ ਮਾਇਆ ਨੂੰ ਬਹੁਤੀ ਤਵੱਜੋ ਦਿੰਦਾ ਹੈ, ਬਹੁਤ ਮਾਣ ਸਤਿਕਾਰ ਦਿੰਦਾ ਹੈ, ਬੜੀ ਜ਼ਿਆਦਾ ਮਹੱਤਤਾ, ਇੰਪੋਰਟੈਂਸ ਦਿੰਦਾ ਹੈ, ਉਹਨੂੰ ਇਕੱਤਰ ਕਰਦਾ ਹੈ, ਉਹਦੇ ਨਾਲ ਸੋਚਦਾ ਵਿਚਾਰਦਾ ਹੈ, ਉਹਦਾ ਮਾਣ ਸਤਿਕਾਰ, ਉਹਦਾ ਬੜਾ ਹੰਕਾਰ ਕਰਦਾ ਹੈ, ਤੇ ਕਹਿੰਦਾ ਕਿ ਬਸ ਜੀ ਬੱਲੇ ਬੱਲੇ, ਪੈਸੇ ਵਰਗੀ ਕੋਈ ਚੀਜ਼ ਨਹੀਂ, ਪੈਸੇ ਨਾਲ ਸਭ ਕੁਝ ਹੋ ਸਕਦਾ ਹੈ। ਜਦੋਂ ਕੋਈ ਮਨੁੱਖ ਮਾਇਆ ਨੂੰ ਬਹੁਤਾ ਮਾਨ ਦਿੰਦਾ ਹੈ, ਤਬ ਆਪਸ ਉੱਪਰ ਰੱਖੇ ਗੁਮਾਨ। ਇਹ ਮਾਇਆ ਫਿਰ ਭੂਹੇ ਚੜ ਜਾਂਦੀ ਹੈ, ਇਹ ਆਕੜ ਕਰਦੀ ਹੈ, ਇਹ ਨਖਰੇ ਦਿਖਾਉਂਦੀ ਹੈ, ਅਰਥਾਤ ਇਹ ਫਿਰ ਉਸ ਮਨੁੱਖ ਨੂੰ ਹੋਰ ਜ਼ਿਆਦਾ ਆਪਣੀ ਉਂਗਲੀਆਂ ਤੇ ਨਚਾਉਂਦੀ ਹੈ, ਗੁਮਾਨ ਕਰਦੀ ਹੈ, ਦੂਰ ਦੂਰ ਭੱਜਦੀ ਹੈ, ਆਪਣੇ ਪਿੱਛੇ ਪਿੱਛੇ ਉਸ ਮਨੁੱਖ ਨੂੰ ਦੌੜਾਉਂਦੀ ਹੈ। ਪਰ ਕਹਿੰਦੇ ਜਬ ਉਸ ਕੋ ਕੋਈ ਮਨ ਪਰ ਹਰੈ, ਮਨ ਦੇ ਨੰਨੇ ਨੂੰ ਸਿਆਰੀ, ਮਨ ਵਿੱਚੋਂ ਪਰ ਹਰੇ ਤਿਆਗ ਦੇਵੇ। ਜਦੋਂ ਇਹਦੀ ਉਹ ਪਰਵਾਹ ਨਾ ਕਰੇ, ਜਦੋਂ ਕੋਈ ਆਪਣੇ ਮਨ ਵਿੱਚੋਂ ਇਸ ਦਾ ਖਿਆਲ ਪਰੇ ਸੁੱਟ ਦੇਵੇ, ਇਹਨੂੰ ਛੱਡ ਦੇਵੇ, ਇਹਨੂੰ ਬਹੁਤੀ ਮਹੱਤਤਾ ਨਾ ਦੇਵੇ, ਸਿਰਫ ਇਹ ਸੋਚੇ ਕਿ ਮਾਇਆ ਗੁਜ਼ਰਾਨ ਹੈ, ਤੇ ਗੁਰੂ ਸਾਹਿਬ ਨੇ ਜੋ ਕਿਹਾ ਕਿਰਤ ਕਰਨੀ, ਧਰਮ ਦੀ ਕਿਰਤ ਕਰਨੀ ਹੈ, ਝੂਠ ਨਹੀਂ ਬੋਲਣਾ, ਠੱਗੀ ਨਹੀਂ ਕਰਨੀ, ਫਰੇਬ ਨਹੀਂ ਕਰਨਾ,
ਜਿਹੜਾ ਕੰਮ ਕਰਨਾ ਹੈ ਇਮਾਨਦਾਰੀ ਦੇ ਨਾਲ ਕਰਨਾ ਹੈ, ਕਿਸੇ ਨਾਲ ਧੋਖਾ ਨਹੀਂ ਕਰਨਾ, ਤੇ ਬੇਸ਼ੱਕ ਰੁੱਖੀ ਸੁੱਖੀ ਖਾਣੀ ਪੈ ਜਾਏ ਉਹਦੇ ਵਿੱਚ ਹੀ ਪਰਮਾਤਮਾ ਦਾ ਸ਼ੁਕਰ ਕਰਨਾ ਹੈ। ਤੇ ਜਦੋਂ ਉਹ ਮਨੁੱਖ ਇਹੋ ਜਿਹੀ ਅਵਸਥਾ ਵਿੱਚ ਆ ਜਾਂਦਾ ਹੈ, ਆਪਣੇ ਮਨ ਤੋਂ ਮਾਇਆ ਦਾ ਪਿਆਰ ਛੱਡ ਦਿੰਦਾ ਹੈ, ਤੇ ਫਿਰ ਇੱਕ ਕਰਾਮਾਤ ਹੁੰਦੀ ਹੈ। ਉਹ ਕਰਾਮਾਤ ਕਿਹੜੀ ਹੈ? ਤਬ ਉਹ ਸੇਵਕ ਸੇਵਾ ਕਰੇ। ਉਹ ਫਿਰ ਜਿਹੜੀ ਪਹਿਲੇ ਨਖਰੇ ਕਰਦੀ ਸੀ, ਗੁਮਾਨ ਕਰਦੀ ਸੀ, ਉਹਨੂੰ ਨਚਾਉਂਦੀ ਸੀ, ਉਹ ਫਿਰ ਉਹਦੀ ਨੌਕਰਾਣੀ ਬਣ ਜਾਂਦੀ ਹੈ, ਉਹਦੀ ਸੇਵਕ ਬਣ ਜਾਂਦੀ ਹੈ, ਉਹਦੀ ਦਾਸੀ ਬਣ ਜਾਂਦੀ ਹੈ, ਤੇ ਉਹਦੇ ਅੱਗੇ ਪਿੱਛੇ ਫਿਰਦੀ ਹੈ, ਉਹਦੀ ਸੇਵਾ ਕਰਦੀ ਹੈ। ਅਰਥਾਤ ਇਹੋ ਜਿਹੇ ਮਨੁੱਖ ਨੂੰ ਫਿਰ ਕੋਈ ਪੈਸੇ ਦਾ ਲਾਲਚ ਦੇ ਕੇ ਡੁਲਾ ਨਹੀਂ ਸਕਦਾ, ਉਹਦਾ ਜ਼ਮੀਰ ਖਰੀਦ ਨਹੀਂ ਸਕਦਾ। ਜਿੱਦਾਂ ਅਸੀਂ ਦੇਖਦੇ ਹਾਂ ਸਾਡੇ ਲੀਡਰ ਕਿੱਦਾਂ ਆਪਣਾ ਜ਼ਮੀਰ ਵੇਚਦੇ ਨੇ, MLA ਵਿਕਦੇ ਨੇ, MP ਵਿਕਦੇ ਨੇ। ਉਹ ਇਹੋ ਜਿਹੀ ਅਵਸਥਾ ਤੋਂ ਬਹੁਤ ਦੂਰ ਹੋ ਜਾਂਦਾ ਹੈ, ਤੇ ਕੋਈ ਉਹਨੂੰ ਪੈਸੇ ਦਾ ਲਾਲਚ ਜਾਂ ਕੋਈ ਤਸੀਹਿਆਂ ਦਾ ਡਰ ਜਾਂ ਕੋਈ ਮੌਤ ਦਾ ਡਰ ਜਾਂ ਕੋਈ ਜੇਲ੍ਹ ਦਾ ਡਰ ਉਹਨੂੰ ਡਰਾ ਨਹੀਂ ਸਕਦਾ। ਉਹ ਆਪਣੇ ਅਸੂਲਾਂ ਦਾ ਇੰਨਾ ਪੱਕਾ ਹੋ ਜਾਂਦਾ ਹੈ, ਤੇ ਇਸ ਤਰ੍ਹਾਂ ਉਹ ਸਮਾਜ ਵਾਸਤੇ, ਸਮਾਜ ਉਹਦੀ ਬਰਕਤ ਦੇ ਨਾਲ ਲੱਖਾਂ ਹਜ਼ਾਰਾਂ ਲੋਕ ਜਿਹੜੇ ਨੇ ਉਹ ਜੀਵਨ ਪ੍ਰਾਪਤ ਕਰਦੇ ਨੇ। ਆਖਰੀ ਅਸੀਂ ਉਦਾਹਰਣ ਲਈਏ, ਜਾਂ ਹਰ ਪ੍ਰਭ ਕਿਰਪਾ ਧਾਰੀ। ਜਦੋਂ ਹਰੀ ਪ੍ਰਭੂ ਕਿਸੇ ਮਨੁੱਖ ਤੇ ਆਪਣੀ ਬਖਸ਼ਿਸ਼ ਕਰਦਾ ਹੈ, ਕਿਰਪਾ ਕਰਦਾ ਹੈ, ਤਾਂ ਹਉਮੈ ਵਿੱਚੋਂ ਮਾਰੀ। ਤਾਂ ਹੀ ਇਹ ਹਉਮੈ ਵਿੱਚੋਂ ਮਾਰੀ ਜਾ ਸਕਦੀ ਹੈ। ਅਸੀਂ ਆਪਣੇ ਕਿਸੇ ਦਾਅਵੇ ਦੇ ਨਾਲ, ਕਿਸੇ ਜੁਗਤੀ ਦੇ ਨਾਲ, ਕਿਸੇ ਵਿਧੀ ਦੇ ਨਾਲ ਇਸ ਹਉਮੈ ਤੋਂ ਛੁਟਕਾਰਾ ਨਹੀਂ ਪਾ ਸਕਦੇ। ਸੋ ਪਰਮਾਤਮਾ ਦੀ ਕਿਰਪਾ ਲਈ, ਬਖਸ਼ਿਸ਼ ਲਈ ਸਾਨੂੰ ਸਦਾ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਫਿਰ ਕਹਿੰਦੇ, ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ। ਜਿਹੜੀ ਜਿੰਦ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੀ ਹੈ, ਗੁਰੂ ਦੇ ਸ਼ਬਦ ਨੂੰ ਪੜ੍ਹਦੀ ਹੈ, ਸੁਣਦੀ ਹੈ, ਵਿਚਾਰਦੀ ਹੈ, ਉਹ ਫਿਰ ਕਿਤੇ ਬਣ ਜਾਂਦੀ ਹੈ? ਉਹ ਜਿੰਦ ਜਿਹੜੀ ਹੈ ਉਹ ਸੇਵਕ ਬਣ ਜਾਂਦੀ ਹੈ। ਉਹ 'ਚ ਨਿਮਰਤਾ ਆ ਜਾਂਦੀ ਹੈ, ਉਹ 'ਚ ਦਾਸੀਆਂ ਵਾਲਾ, ਨੌਕਰਾਣੀਆਂ ਵਾਲਾ ਅਰਥਾਤ ਸੇਵਾ ਵਾਲਾ ਭਾਵ ਆ ਜਾਂਦਾ ਹੈ। ਤੇ ਜਦੋਂ ਉਹ ਜਿੰਦ ਦਾ ਸੇਵਕ ਬਣ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਬਣ ਜਾਂਦੀ ਹੈ, ਵਿਚਾਰਬਨ ਬਣ ਜਾਂਦੀ ਹੈ, ਤੇ ਫਿਰ ਉਹ ਕੀ ਬਣ ਜਾਂਦੀ? ਰਾਮ ਪਿਆਰੀ। ਇਹੋ ਜਿਹੀ ਜਿੰਦ ਅਕਾਲ ਪੁਰਖ ਨੂੰ, ਪਰਮਾਤਮਾ ਵਾਹਿਗੁਰੂ ਨੂੰ ਬੜੀ ਪਿਆਰੀ ਲੱਗਦੀ ਹੈ। ਸੋ ਸਾਧ ਸੰਗਤ ਜੀ, ਇਹ ਸਨ ਕੁਝ ਉਦਾਹਰਣ ਦੋ ਸ਼ਬਦਾਂ ਨੂੰ ਲੈ ਕੇ ਅਸੀਂ ਜਿਹੜੇ ਸਾਂਝੇ ਕੀਤੇ ਹਨ। ਇੱਕ ਦੇ ਸੇਵਕ ਦੇ ਕੱਕੇ ਨੂੰ ਔਂਕੜ ਸੀ, ਇੱਕ ਦੇ ਸੇਵਕ ਦੇ ਕੱਕੇ ਨੂੰ ਸਿਆਰੀ ਸੀ। ਦੋਨਾਂ ਦੇ ਵੱਖ-ਵੱਖ ਅਰਥ ਨੇ, ਪਰ ਦੋਨਾਂ ਦੇ ਉਚਾਰਨ ਇੱਕੋ ਜਿਹੇ ਹਨ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।